ਕੈਨੇਡਾ ਵਿਜ਼ਟਰ ਵੀਜ਼ਾ ਰਿਫਿਊਜ਼ਲ ਇੱਕ ਉਹੋ ਜਿਹੀ ਚੀਜ਼ ਹੈ ਜਿਹੜੀ ਜ਼ਿਆਦਾਤਰ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਕੀ ਕਾਰਨਾਂ ਕਰਕੇ ਉਹਨਾਂ ਦਾ ਰਿਫਿਊਜ਼ਲ ਆਇਆ ਹੈ। ਆਪਾਂ ਨੂੰ ਜਦੋਂ ਆਪਣੀ ਰਿਫਿਊਜ਼ਲ ਆਉਂਦੀ ਹੈ ਵਿਜ਼ਟਰ ਵੀਜ਼ੇ ਦੀ ਕੈਨੇਡਾ ਦੀ, ਅਤੇ ਉਹਦੇ 'ਚ 3 ਸੈਕਸ਼ਨ 3 ਰੀਜ਼ਨ ਦਿੱਤੇ ਜਾਂਦੇ ਮੇਨਲੀ। ਅਤੇ ਮੈਂ ਜਿੰਨੇ ਵੀ ਹਜੇ ਤੱਕ ਮੈਂ ਰਿਫਿਊਜ਼ਲ ਲੈਟਰਸ ਦੇਖੇ ਸੇਮ ਉਹਨਾਂ ਦੇ ਹੁੰਦੇ ਹੈ, ਸੇਮ ਰੀਜ਼ਨ ਦਿੱਤੇ ਹੁੰਦੇ ਆ। ਅਤੇ ਮੈਨੂੰ ਨਹੀਂ ਲੱਗਦਾ ਕੋਈ ਉਹਨਾਂ ਨੇ ਚੌਥਾ ਪੁਆਇੰਟ ਵੀ ਦਿੱਤਾ ਹੋਊਗਾ ਉਹਦੇ ਵਿੱਚ। ਜੇ ਤੁਹਾਨੂੰ ਕਿਸੇ ਨੂੰ ਵੀ ਜੋ ਮੇਰਾ ਵੀਡੀਓ ਦੇਖਦਾ, ਜੇ ਤੁਹਾਨੂੰ ਕਦੇ ਉਦੋਂ ਲਹਿਦਾ 3 ਪੁਆਇੰਟਸ ਤੋਂ ਲਹਿਦਾ ਕੋਈ ਪੁਆਇੰਟ ਦਿੱਤਾ ਤਾਂ ਪਲੀਜ਼ ਉਹਨੂੰ ਕਮੈਂਟ ਬਾਕਸ 'ਚ ਤੁਸੀਂ ਦੱਸ ਸਕਦੇ ਹੋ, ਅਤੇ ਤਾਂ ਜੋ ਪਤਾ ਲੱਗੇ ਦੂਸਰਿਆਂ ਨੂੰ ਵੀ ਪਤਾ ਲੱਗੇ ਕਿ ਹਾਂ ਇਹ ਵੀ ਕਾਰਨ ਹੋ ਸਕਦੇ ਹੈ। ਸੋ ਇਹ ਵੀਡੀਓ ਦੇ ਵਿੱਚ ਮੈਂ ਡਿਸਕਸ ਕਰੂੰਗਾ ਕਿ ਕਿਸ ਕਾਰਨਾਂ ਕਰਕੇ ਕੈਨੇਡਾ ਵੀਜ਼ਾ ਜਿਹੜਾ ਵਿਜ਼ਟਰ ਵੀਜ਼ਾ ਹੁੰਦਾ ਉਹ ਰਿਫਿਊਜ਼ ਹੁੰਦਾ, ਅਤੇ ਤੁਸੀਂ ਕਿਵੇਂ ਪਤਾ ਲਾ ਸਕਦੇ ਹੋ ਕਿ ਕੀ ਕਾਰਨ ਰਹੇ ਆ ਤੁਹਾਡੇ ਵੀਜ਼ਾ ਰਿਫਿਊਜ਼ਲ ਦੇ, ਕਿਵੇਂ ਤੁਸੀਂ ਉਹਨੂੰ ਰੈਕਟੀਫਾਈ ਕਰ ਸਕਦੇ ਹੋ, ਅਤੇ ਕਿਸ ਤਰ੍ਹਾਂ ਨਾਲ ਤੁਸੀਂ ਦੁਬਾਰਾ ਤੋਂ ਆਪਦਾ ਵੀਜ਼ਾ ਅਪਲਾਈ ਕਰਕੇ ਸਕਸੈਸਫੁਲੀ ਆਪਦਾ ਵਿਜ਼ਟਰ ਵੀਜ਼ਾ ਲੈ ਸਕਦੇ ਹੋ। ਸੋ ਜੇ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਜੀ, ਮੈਂ ਦੱਸਣਾ ਚਾਹੁੰਦਾ ਮੈਂ ਇਸ ਚੈਨਲ ਦੇ ਉੱਤੇ ਕੈਨੇਡਾ ਇਮੀਗ੍ਰੇਸ਼ਨ ਲੈ ਕੇ ਅੱਡ ਅਪਡੇਟਸ ਪਾਉਂਦਾ ਰਹਿੰਦਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਹਰਪ੍ਰੀਤ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਲੀਗਲ ਹੈਕਸ ਕੈਨੇਡਾ। ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਨੇਡਾ ਵਿਜ਼ਟਰ ਵੀਜ਼ੇ ਦੇ ਬਾਰੇ, ਕੀ ਰਿਫਿਊਜ਼ਲਸ ਕਿਉਂ ਆਉਂਦੀਆਂ ਅਤੇ ਆਪਾਂ ਨੂੰ ਕਿਵੇਂ ਉਹਨਾਂ ਨੂੰ ਐਨਾਲਾਈਜ਼ ਕਰਨਾ ਹੁੰਦਾ ਆਪਦੀ ਫਾਈਲ ਨੂੰ, ਅਤੇ ਆਪਾਂ ਰੈਕਟੀਫਾਈ ਕਰਕੇ ਆਪਦੀ ਪ੍ਰੋਬਲਮਸ ਨੂੰ ਉਹਨੂੰ ਆਪਾਂ ਦੁਬਾਰਾ ਤੋਂ ਅਪਲਾਈ ਕਰ ਸਕਦੇ ਹਾਂ। ਸੋ ਇਹਦੇ ਵਿੱਚ ਜੋ ਬੇਸਿਕ ਪ੍ਰੋਸੈਸ ਰਹਿੰਦਾ ਰਿਫਿਊਜ਼ਲ ਦਾ, ਆਉਂਦਾ ਕਿਵੇਂ ਹੁੰਦਾ, ਇਹਦੇ ਵਿੱਚ ਆਪਾਂ ਨੂੰ ਜਸਟ ਇੱਕ ਲੈਟਰ ਆਉਂਦੀ ਹੁੰਦੀ ਹੈ ਕਿ ਆਪਾਂ ਨੂੰ ਲੈਟਰ ਵੀ ਨਹੀਂ ਆਉਂਦੀ ਹੁੰਦੀ, ਹਾਰਡ ਕਾਪੀ ਲੈਟਰ ਕਦੇ ਨਹੀਂ ਆਉਂਦੀ। ਆਪਾਂ ਨੂੰ ਸਿੱਧਾ ਆਪਦੇ ਪਾਸਪੋਰਟ ਵਾਸਤੇ ਕੋਲ ਆਉਂਦੀ ਹੈ ਕਿ ਤੁਹਾਡਾ ਪਾਸਪੋਰਟ ਆ ਚੁੱਕਿਆ, VFS ਦੀ ਮੇਲ ਆ ਜਾਂਦੀ ਹੁੰਦੀ ਹੈ ਕਿ ਤੁਹਾਡਾ ਪਾਸਪੋਰਟ ਇੱਥੋਂ ਡਿਸਪੈਚ ਹੋ ਚੁੱਕਿਆ। ਅਤੇ ਉਸ ਤੋਂ ਬਾਅਦ ਜੋ ਆਪਾਂ ਜੋ ਕੋਰੀਅਰ ਸਰਵਿਸਿਜ਼ ਜਿਨ੍ਹਾਂ ਦੇ ਥਰੂ ਪਾਸਪੋਰਟ ਆਉਣਾ, ਲਾਈਕ ਜ਼ਿਆਦਾਤਰ ਬਲੂ ਡਾਟ ਸਰਵਿਸ ਯੂਜ਼ ਹੁੰਦੀ ਹੈ ਇੱਧਰਲੇ ਪਾਸੇ। ਸੋ ਬਲੂ ਡਾਟ ਵਾਲਿਆਂ ਨਾਲ ਤੁਸੀਂ ਆਪਦਾ ਬਲੂ ਡਾਟ ਦੇ ਕੋਲ ਆ ਜਾਂਦੀ ਹੈ, ਤੁਸੀਂ ਬਲੂ ਡਾਟ ਨੂੰ ਪਤਾ ਕਰ ਸਕਦੇ ਹੋ ਤੁਹਾਡੇ ਜੋ ਪਾਰਸਲ ਟਰੈਕਿੰਗ ਨੰਬਰ ਆ ਉਹਨੂੰ ਟਰੈਕ ਕਰਕੇ ਕਿੱਥੇ ਤੁਹਾਡਾ ਕੀ ਸਟੇਟਸ ਹੈ। ਸੋ ਜਦੋਂ ਤੁਸੀਂ ਆਪਦਾ ਓਪਨ ਕਰਦੇ ਹੋ ਉਸ ਤੋਂ ਬਾਅਦ 'ਚ ਤੁਹਾਨੂੰ ਪਤਾ ਲੱਗਦਾ ਕਿ ਵੀਜ਼ਾ ਆਇਆ ਹੈ ਜਾਂ ਨਹੀਂ ਆਇਆ। ਠੀਕ ਹੈ, ਇਹ ਹੁੰਦਾ ਪੇਪਰ ਫਾਈਲ ਦੇ ਵਿੱਚ। ਜਦੋਂ ਤੁਸੀਂ ਮਤਲਬ ਸਿੱਧਾ ਇਹ ਆਉਂਦਾ ਉਹਨਾਂ ਦਾ ਕਿ ਤੁਹਾਨੂੰ ਅਸੀਂ ਆਪਦਾ ਡਿਸੀਜ਼ਨ ਲੈ ਲਿਆ, ਤੁਸੀਂ ਆਪਦਾ ਪਾਸਪੋਰਟ ਚੈੱਕ ਕਰ ਸਕਦੇ ਹੋ। ਅਤੇ ਜੇ ਆਪਾਂ ਔਨਲਾਈਨ ਅਪਲਾਈ ਕਰੀਏ, ਔਨਲਾਈਨ ਦੇ ਵਿੱਚ ਉਹ ਆਪਣੇ ਤੋਂ ਪਾਸਪੋਰਟ ਦੀ ਡਿਮਾਂਡ ਹੀ ਉਦੋਂ ਕਰਦੇ ਜਦੋਂ ਆਪਣਾ ਜਿਹੜਾ ਅਪਰੂਵ ਹੋ ਗਿਆ ਹੋਵੇ ਵੀਜ਼ਾ। ਠੀਕ ਹੈ, ਸੋ ਬੇਸਿਕ ਇਹ ਡਿਫਰੈਂਸ ਹੁੰਦਾ ਔਨਲਾਈਨ ਤੇ ਪੇਪਰ ਫਾਈਲ ਦੇ ਵਿੱਚ। ਤਾਂ ਕਰਕੇ ਮੈਂ ਹਮੇਸ਼ਾ ਰეკਮੈਂਡ ਔਨਲਾਈਨ ਕਰਦਾ ਕਿ ਤੁਹਾਡਾ ਠੀਕ ਹੈ 2 ਗੇੜੇ ਲੱਗਦੇ, ਬਟ ਤੁਹਾਡੇ ਤੋਂ ਪਾਸਪੋਰਟ ਦੀ ਡਿਮਾਂਡ ਸਿਰਫ ਉਦੋਂ ਹੁੰਦੀ ਹੈ ਜਦੋਂ ਤੁਹਾਡਾ ਅਪਰੂਵ ਹੋ ਗਿਆ ਹੋਵੇ। ਇਨ ਕੇਸ ਤੁਸੀਂ ਪੇਪਰ ਵੀਜ਼ਾ ਫਾਈਲ ਲਾਉਂਦੇ ਹੋ ਤਾਂ ਤੁਹਾਨੂੰ ਮੌਕੇ 'ਤੇ ਪਤਾ ਲੱਗਦਾ। ਅਤੇ ਜਦੋਂ ਤੁਸੀਂ ਲਿਫਾਫਾ ਓਪਨ ਕਰਦੇ ਹੋ ਉਹਦੇ 'ਚੋਂ ਕੁਛ ਨਹੀਂ ਨਿਕਲਦਾ, ਸਿਰਫ ਇੱਕ ਛੋਟੀ ਸਲਿੱਪ ਨਿਕਲਦੀ ਹੈ। ਸਲਿੱਪ 'ਤੇ ਇਹ ਲਿਖਿਆ ਹੁੰਦਾ ਕਿ ਅਸੀਂ ਤੁਹਾਡਾ ਰਿਫਿਊਜ਼ਲ ਜੋ ਵੀ ਸਾਡੇ ਮਤਲਬ ਸਰਕਮਸਟੈਂਸਿਸ ਰਹੇ ਆ ਤੁਹਾਡੇ ਰਿਫਿਊਜ਼ਲ ਕਰਨ ਦੇ, ਤੇ ਉਹ ਤੁਹਾਨੂੰ ਈਮੇਲ ਕਰ ਦਿੱਤੇ ਗਏ। ਈਮੇਲ ਆਪਦੀ ਤੁਸੀਂ ਚੈੱਕ ਕਰ ਲਓ। ਸੋ ਜੋ ਤੁਹਾਡੀ ਰਜਿਸਟਰਡ ਈਮੇਲ ID ਦਿੱਤੀ ਹੁੰਦੀ ਹੈ ਵੀਜ਼ਾ ਪ੍ਰੋਸੈਸਿੰਗ ਦੇ ਟਾਈਮ, ਵੀਜ਼ਾ ਐਪਲੀਕੇਸ਼ਨ ਦੇ ਵਿੱਚ, ਉਹਦੇ ਤੇ ਤੁਹਾਨੂੰ ਮੇਲ ਆ ਜਾਂਦੀ ਹੁੰਦੀ ਹੈ ਕਿ ਤੁਹਾਡੇ ਇਹ ਕਾਰਨਾਂ ਕਰਕੇ ਵੀਜ਼ਾ ਰਿਫਿਊਜ਼ਲ ਹੋਈ ਹੋਈ ਹੈ। ਸੋ ਉਹ ਵੀ ਕੋਈ ਜ਼ਿਆਦਾ ਡਿਟੇਲ ਵਿੱਚ ਨਹੀਂ ਹੁੰਦੀ। ਉਹਨਾਂ ਨੇ ਜੋ ਉਹਨਾਂ ਦਾ ਕੈਨੇਡਾ ਇਮੀਗ੍ਰੇਸ਼ਨ ਦਾ ਹੈਗਾ ਐਕਟ ਹੈਗਾ, ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ, IRPA ਨੂੰ ਕਹਿੰਦੇ ਆ। ਇਹਦੇ ਸੈਕਸ਼ਨਸ ਹੁੰਦੇ ਆ। ਇਹਦੇ ਸੈਕਸ਼ਨ 1 ਆਫ ਦਾ ਸੈਕਸ਼ਨ ਇਹ ਕਹਿੰਦਾ ਉਹਨਾਂ ਦਾ ਕਿ ਤੁਸੀਂ ਵੀਜ਼ਾ ਆਫਿਸਰ ਨੂੰ ਇਹ ਇਨਸਿਸਟ ਕਰਨਾ ਹੁੰਦਾ ਆਪਦੀ ਐਪਲੀਕੇਸ਼ਨ ਦੇ ਰਾਹੀਂ, ਉਹਨੂੰ ਇਸ ਚੀਜ਼ ਦਾ ਕੌਨਫੀਡੈਂਸ ਹੋਣਾ ਚਾਹੀਦਾ ਕਿ ਤੁਸੀਂ ਆਪਦਾ ਜੋ ਵੀ ਤੁਹਾਡਾ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਤੁਸੀਂ ਅਪਲਾਈ ਕਰ ਰਹੇ ਹੋ ਜਾਂ ਤੁਸੀਂ ਟੈਂਪਰੇਰੀਲੀ ਉੱਥੇ ਵਿਜ਼ਿਟ ਕਰਨਾ ਚਾਹੁੰਦੇ ਹੋ, ਤੁਸੀਂ ਆਪਦੇ ਵਿਜ਼ਿਟ ਤੋਂ ਬਾਅਦ ਵਾਪਸ ਆਪਦੇ ਹੋਮ ਕੰਟਰੀ ਆਉਂਗੇ, ਇਸ ਚੀਜ਼ ਨੂੰ ਉਹਨੂੰ ਇਨਸਿਸਟ ਕਰਨਾ ਹੁੰਦਾ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਇੱਕ ਤਾਂ ਮਤਲਬ ਇਹ ਇੱਕ ਸੈਕਸ਼ਨ ਹੋ ਗਿਆ। ਉਸ ਤੋਂ ਬਾਅਦ ਚੋਂ ਇਹ ਤਾਂ ਚਲੋ ਬੇਸਿਕ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ। ਉਸ ਤੋਂ ਬਾਅਦ ਚੋਂ ਜਿਹੜੇ 3 ਰਿਫਿਊਜ਼ਲ ਦੇ ਆਉਂਦੇ ਹੁੰਦੇ ਆ ਕਾਰਨ, ਉਹ ਕਾਮਨ ਹੁੰਦੇ ਆ। ਮੈਂ ਹਜੇ ਤੱਕ ਤਾਂ ਚੌਥਾ ਪੁਆਇੰਟ ਨਹੀਂ ਦੇਖਿਆ। ਪਹਿਲਾ ਪੁਆਇੰਟ ਹੁੰਦਾ ਹੈ ਕਿ ਤੁਹਾਡੇ ਫੈਮਿਲੀ ਟਾਈਜ਼ ਨਾਲ ਉਹ ਸੈਟਿਸਫਾਈਡ ਨਹੀਂ ਹੁੰਦਾ। ਦੂਸਰਾ ਹੁੰਦਾ ਉਹ ਬਈ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਦੇ ਉਹਨੂੰ ਇਨਸਿਸਟ ਨਹੀਂ ਕੀਤਾ, ਫਾਈਨੈਂਸ਼ੀਅਲ ਡਾਕੂਮੈਂਟਸ ਨੇ ਕਿ ਤੁਸੀਂ ਵਾਪਸ ਆਓਗੇ। ਥਰਡ ਪੁਆਇੰਟ ਹੁੰਦਾ ਤੁਹਾਡੀ ਟਰੈਵਲ ਹਿਸਟਰੀ ਹੈ ਨਹੀਂ। ਸੋ ਇੱਥੇ ਬੜੀ ਵਧੀਆ ਮਤਲਬ ਬਹੁਤ ਕੰਸਲਟੈਂਟਸ ਦੀ ਗੇਮ ਹੁੰਦੀ ਹੈ ਇਹਦੇ ਵਿੱਚ। ਮੈਂ ਤਾਂ ਗੇਮ ਹੀ ਕਹੂੰਗਾ ਕਿਉਂਕਿ ਹੈ ਨਾ ਮਿਸਗਾਈਡ ਕਰਦੇ ਆ ਉਹ ਕੰਸਲਟੈਂਟਸ। ਤੁਹਾਨੂੰ ਕੀ ਆਖਣਗੇ ਤੁਹਾਡੀ ਰਿਫਿਊਜ਼ਲ ਤੋਂ ਬਾਅਦ ਕਿ ਤੁਹਾਡੀ ਟਰੈਵਲ ਹਿਸਟਰੀ ਕਰਕੇ ਤੁਹਾਡੀ ਰਿਫਿਊਜ਼ਲ ਆਈ ਹੈ, ਸੋ ਵੀ ਰਿਕਮੈਂਡ ਯੂ ਟੂ ਵਿਜ਼ਿਟ ਅਬਰੋਡ। ਅਤੇ ਛੋਟੀਆਂ ਕੰਟਰੀਜ਼ ਜਾਓ, ਟਰੈਵਲ ਹਿਸਟਰੀ ਬਣਾਓ। ਟਰੈਵਲ ਹਿਸਟਰੀ ਬਣਾਉਣ ਤੋਂ ਬਾਅਦ ਤੁਸੀਂ ਦੁਬਾਰਾ ਤੋਂ ਅਪਲਾਈ ਕਰੋ। ਇਹ ਕੋਈ ਸਹੀ ਤਰੀਕਾ ਨਹੀਂ ਹੁੰਦਾ ਮੇਰੇ ਹਿਸਾਬ ਨਾਲ, ਕਿਉਂਕਿ ਮਤਲਬ ਇਹ ਕਾਮਨ ਹੁੰਦੇ ਹੈ ਜੋ ਵੀ ਰੀਜ਼ਨਸ ਹੈ। ਐਂਡ ਜੇ ਤੁਸੀਂ ਇਹਨਾਂ ਦੇ ਕਹਿਣ 'ਤੇ ਤੁਸੀਂ ਜਸਟ
ਤੁਹਾਡੇ ਏਜੰਟ ਨੇ ਕਹਿ ਤੁਸੀਂ ਆਪਦੇ ਲੱਖਾਂ ਪੈਸਾ ਖਰਚ ਕਰਦੇ ਹੋ ਸਿੰਗਾਪੁਰ ਜਾਂ ਕਿਤੇ ਵੀ ਥਾਈਲੈਂਡ ਜਾਣ ਵਾਸਤੇ ਜਾਂ ਛੋਟੀਆਂ ਕੰਟਰੀਆਂ ਨੂੰ ਘੁੰਮਣ ਵਾਸਤੇ, ਜਸਟ ਟੂ ਕ੍ਰੀਏਟ ਯੂਰ ਟਰੈਵਲ ਹਿਸਟਰੀ, ਹੈ ਨਾ। ਇਹ ਚੀਜ਼ ਸਹੀ ਨਹੀਂ ਹੁੰਦੀ। ਮੈਂ ਬਹੁਤ ਵਾਰੀ ਦੇਖਿਆ, ਬਟ ਅਲੱਗ ਹੁੰਦੀ ਹੈ ਗੇਮ ਇਹ, ਬਈ ਰੀਜ਼ਨਸ ਕੁਛ ਹੋ ਹੁੰਦੇ। ਰੀਜ਼ਨਸ ਕਿਵੇਂ ਆਪਾਂ ਫਾਈਂਡ ਆਊਟ ਕਰਨੇ ਹੁੰਦੇ ਆ, ਉਹਦਾ ਤੁਹਾਨੂੰ ਮੈਂ ਦੱਸਦਾ। ਇਹ ਤੁਹਾਨੂੰ ਸੌਖਾ ਹੋਰ ਕਿਸੇ ਨੇ ਨਹੀਂ ਦੱਸਣਾ। ਸਭ ਤੋਂ ਪਹਿਲਾਂ ਕਦੇ ਵੀ ਆਪਦੇ ਕੰਸਲਟੈਂਟ ਤੋਂ ਫਾਈਲ ਲੈ ਕੇ ਸਿੱਧਾ VFS ਨੂੰ ਹੈਂਡ ਓਵਰ ਨਾ ਕਰੋ, ਜੇ ਪੇਪਰ ਫਾਈਲ ਹੈ ਤਾਂ, ਠੀਕ ਹੈ ਜੀ। ਜੇ ਤੁਸੀਂ ਆਨਲਾਈਨ ਅਪਲਾਈ ਕਰ ਰਹੇ ਹੋ, ਤੁਹਾਡਾ ਕੰਸਲਟੈਂਟ ਆਨਲਾਈਨ ਅਪਲਾਈ ਕਰਦਾ ਹੈ, ਫਿਰ ਤੁਹਾਡੇ ਕੋਲੇ ਮੋਸਟ ਪ੍ਰੋਬਬਲੀ ਡਾਕੂਮੈਂਟਸ ਤੁਹਾਡੇ ਈਮੇਲਸ ਦੇ ਵਿੱਚ ਹੋਣਗੇ। ਜੋ ਵੀ ਡਾਕੂਮੈਂਟ ਹੁੰਦਾ ਉਹਦਾ ਇੱਕ ਕਾਪੀ ਰੱਖੋ ਆਪਦੇ ਕੋਲੇ। ਇਨ ਕੇਸ ਜੇ ਰਿਫਿਊਜ਼ਲ ਆਉਂਦੀ ਹੈ ਤਾਂ ਤੁਸੀਂ ਕੀ ਕਰਨਾ, ਉਹਦੇ ਇੱਕ ਕੈਪਸ ਨੋਟ ਨਿਕਲਦੇ ਹੁੰਦੇ ਆ ਕੈਨੇਡਾ ਦੇ, ਉਹਦੇ ਵਿੱਚ ਜੋ ਵੀ ਵੀਜ਼ਾ ਆਫਿਸਰ ਹੁੰਦਾ ਉਹ ਜਸਟੀਫਾਈ ਕਰਦਾ ਕਿ ਮੈਂ ਕਿਨ ਗਰਾਊਂਡਸ ਤੇ ਜਿੰਨਾ ਪੁਆਇੰਟਾਂ ਦਾ ਮੈਨੂੰ ਲੱਗਿਆ ਕਿ ਹਾਂ ਰਿਫਿਊਜ਼ਲ ਦੇਣੀ ਚਾਹੀਦੀ ਮੈਂ ਦਿੱਤੀ ਹੈ, ਠੀਕ ਹੈ ਜੀ। ਉਹ ਇੱਕ ਤਰ੍ਹਾਂ ਦੀ ਆਪਦੀ ਜਸਟੀਫਿਕੇਸ਼ਨ ਦਿੰਦਾ ਹੁੰਦਾ। ਸੋ ਜਸਟੀਫਿਕੇਸ਼ਨ, ਬਟ ਉਹ ਵੀ ਆਪਣਾ ਇੰਨਾ ਕੰਮ ਨਹੀਂ ਕਰਦੀ। ਤਾਂ ਕਰਕੇ ਆਪਾਂ ਨੂੰ ਕੀ ਕਰਨਾ ਪੈਂਦਾ, ਦੂਸਰਾ ਸਟੈਪ ਕੀ ਹੁੰਦਾ, ਆਪਦੇ ਡਾਕੂਮੈਂਟਸ ਨੂੰ ਐਨਾਲਾਈਜ਼ ਕਰੋ। ਐਨਾਲਾਈਜ਼ ਕਿਵੇਂ ਕਰਨਾ ਹੁਣ, ਤੁਸੀਂ ਖੁਦ ਨਹੀਂ ਕਰਨਾ, ਤੁਸੀਂ ਇੱਕ ਚੰਗੇ ICCRC ਮੈਂਬਰ ਜਾਂ ਇਮੀਗ੍ਰੇਸ਼ਨ ਲਾਇਰ ਕੋਲੇ ਜਾਓ, ਤੇ ਉਦੋਂ ਬਾਅਦ ਚ ਤੁਸੀਂ ਆਪਦੇ ਜੋ ਵੀ ਉਹਨੇ ਅਪਲਾਈ ਕੀਤਾ ਹੋਇਆ, ਜ਼ਿਆਦਾਤਰ ਜੋ ਹੁੰਦੇ ਆ ਨਾ ਰਿਫਿਊਜ਼ਲਸ ਆਉਂਦੇ ਆ ਕੈਨੇਡਾ ਵਿਜ਼ਟਰ ਵੀਜ਼ੇ ਦੇ, ਇਹ ਜ਼ਿਆਦਾਤਰ ਕੰਸਲਟੈਂਟ ਦੀ ਗਲਤੀ ਕਰਕੇ ਹੀ ਆਉਂਦੇ। ਇਹ ਸਹੀ ਕੰਸਲਟੈਂਟ ਹੈ, ਜਿਵੇਂ ਮੈਂ ICCRC ਮੈਂਬਰ ਨਾਲ ਕੰਮ ਕਰਦਾ ਹਾਂ, ਅਸੀਂ ਇਨ ਦਾ ਫਸਟ ਮੀਟਿੰਗ ਕਲੀਅਰ ਕੱਟ ਕਹਿ ਦਿੰਦੇ ਹਾਂ ਕਿ ਹਾਂ ਤੇਰਾ ਵੀਜ਼ਾ ਆ ਸਕਦਾ ਹੈ, ਨਹੀਂ ਆ ਸਕਦਾ। ਸੋ ਇਹ ਦੇਖਣਾ ਹੁੰਦਾ ਕਿ ਵੀਜ਼ਾ ਜਦੋਂ ਆਪਾਂ ਅਪਲਾਈ ਕਰਦੇ ਹਾਂ, ਐਂ ਨਹੀਂ ਜਸਟ ਤੁਸੀਂ ਆਪਦਾ ਮਤਲਬ ਜਿੰਨੀ ਵੀ ਫੀਸ ਕੰਸਲਟੈਂਟ ਲੈਂਦਾ ਫੀਸ ਦੇ ਕੇ, ਉਹ ਹੁਣ ਫੀਸ ਵੀ ਕਾਫੀ ਹੈ, ਆਪਾਂ ਕਿਸੇ ਨੂੰ ਮੈਂਸ਼ਨ ਨਹੀਂ ਕਰਾਂਗੇ, ਫੀਸ ਲੈ ਕੇ ਤੇ ਉਹਨਾਂ ਨੂੰ ਐਂ ਹੁੰਦਾ ਕਿ ਯਾਰ ਇੱਕ ਵਾਰੀ ਮਤਲਬ ਕਰ ਦਿਓ ਅਪਲਾਈ, ਟਰਾਇਲ ਐਂਡ ਐਰਰ ਮੈਥਡ ਯੂਜ਼ ਕਰਦੇ ਆ ਉਹ, ਤੇ ਐਂ ਚੀਜ਼ ਗਲਤ ਹੈ ਮੇਰੇ ਹਿਸਾਬ ਨਾਲ। ਕਿਉਂਕਿ ਜਿਹੜਾ ਸਹੀ ਕੰਸਲਟੈਂਟ ਹੈ, ਜਿਵੇਂ ਅਸੀਂ ਸਾਡੀ ਕੰਪਨੀ ਜਿਨ੍ਹਾਂ ਨਾਲ ਮੈਂ ਕੰਮ ਕਰਦਾ, ਅਸੀਂ ਕਲੀਅਰ ਕੱਟ ਉਹਨਾਂ ਨੂੰ ਐਨਾਲਾਈਜ਼ ਕਰਕੇ ਦੱਸ ਦਿੰਦੇ ਹਾਂ ਕਿ ਵੀਜ਼ਾ ਚਾਂਸਿਸ ਕਿੰਨੇ ਹੈ। ਪਹਿਲਾਂ ਦੱਸਿਆ ਮੈਂ ਕਿ ਇੱਕ ਸੈਕਸ਼ਨ ਹੈਗਾ IRPA ਦੇ ਅੰਡਰ, ਜਿਹਦੇ 'ਚ ਵੀਜ਼ਾ ਆਫਿਸਰ ਨੂੰ ਇਹ ਰਾਈਟ ਹੈ, ਤੁਸੀਂ ਉਹਨੂੰ ਇਨਸਿਸਟ ਕਰਨਾ ਹੈ ਕਿ ਤੁਸੀਂ ਆਪਦੇ ਵਾਪਿਸ ਆਉਂਗੇ। ਸੋ ਇਹਦੇ ਵਿੱਚ ਜਿਹੜਾ ਮੇਨ ਚੀਜ਼ ਕਵਰ ਹੁੰਦੀ ਆ, ਉਹ ਹੁੰਦੀ ਹੈ ਕਵਰ ਲੈਟਰ। ਜੇ ਆਪਾਂ SOP ਸਟੂਡੈਂਟ ਵੀਜ਼ੇ ਦੀ ਕਹਿ ਦਈਏ ਤੇ ਕਵਰ ਲੈਟਰ ਵਿਜ਼ਟਰ ਵੀਜ਼ੇ ਦੀ ਕਹਿ ਦਈਏ ਤਾਂ ਸੇਮ ਚੀਜ਼ ਆਲਮੋਸਟ, ਠੀਕ ਹੈ। ਕਵਰ ਲੈਟਰ ਹੀ ਮਤਲਬ ਬਹੁਤ ਸਾਰੇ ਏਜੰਟਸ ਇੰਨੀ ਬੱਚਿਆਂ ਵਾਲੀ ਬਣਾਉਂਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੀ ਪੁਆਇੰਟਸ ਕਵਰ ਕਰਨੇ ਕੀ ਨਹੀਂ ਕਰਨੇ। ਉਹ ਫਸਟ ਸਟੈਪ ਦੇ ਵਿੱਚ ਤੁਹਾਡੀ ਜ਼ਿਆਦਾਤਰ ਵੀਜ਼ਾ ਰਿਫਿਊਜ਼ਲ ਕਰ ਦੇਣਗੇ ਤੇ ਰੀਜ਼ਨ ਸੇਮ ਹੋਣਗੇ। ਜਿਵੇਂ ਮੰਨ ਲਓ ਜ਼ਿਆਦਾਤਰ ਆਪਣੇ ਜੋ ਸਟੂਡੈਂਟਸ ਉੱਥੇ ਕੈਨੇਡਾ ਪੜ੍ਹ ਰਹੇ ਆ ਤੇ ਉਹਨਾਂ ਦੇ ਪੇਰੈਂਟਸ ਲਾਉਂਦੇ ਹੁੰਦੇ ਆ ਵਿਜ਼ਟਰ ਵੀਜ਼ੇ ਦੀ ਫਾਈਲ ਕਿ ਸਾਨੂੰ 10 ਈਅਰ ਦਾ ਵੀਜ਼ਾ ਆ ਜਾਊਗਾ। 10 ਈਅਰ ਵੀ ਗਲਤ ਹੈ, ਠੀਕ ਹੈ। 10 ਈਅਰ ਕੋਈ ਐਂ ਨਹੀਂ ਹੈਗਾ, ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਕਿ 10 ਈਅਰ ਵਿਜ਼ਟਰ ਵੀਜ਼ਾ ਮੀਨਸ 10 ਈਅਰ ਵੀਜ਼ਾ, ਐਂ ਨਹੀਂ ਹੁੰਦਾ। ਸੋ ਉਹ ਇੱਕ ਸੈਪਰੇਟ ਚੀਜ਼ ਹੈ। ਉਹਦੇ ਵਿੱਚ ਕੀ ਹੁੰਦਾ, ਵਿਜ਼ਟਰ ਵੀਜ਼ਾ ਜੋ ਵੀਜ਼ਾ ਆਫਿਸਰ ਹੈ ਉਹਨੂੰ ਇਹ ਰਾਈਟ ਹੁੰਦਾ, ਉਹਦੀ ਪੂਰੀ ਪਾਵਰ ਹੈ ਇਹਦੇ ਵਿੱਚ, ਤੁਹਾਨੂੰ ਉਹ ਕਿੰਨੇ ਚਿਰ ਦਾ ਵੀਜ਼ਾ ਦੇਣਾ ਚਾਹੁੰਦਾ, ਸਿੰਗਲ ਐਂਟਰੀ, ਮਲਟੀਪਲ ਐਂਟਰੀ, 6 ਮੰਥਸ ਵੀਜ਼ਾ, 1 ਮੰਥ ਵੀਜ਼ਾ ਜਾਂ 10 ਈਅਰ ਵੀਜ਼ਾ। ਇਹ ਡਿਪੈਂਡ ਕਰਦਾ ਹੈ ਕੇਸ ਟੂ ਕੇਸ ਕਿ ਕਿੰਨੇ ਚਿਰ ਦਾ ਆਊਗਾ। ਕੋਈ ਵੀ ਕੰਸਲਟੈਂਟ ਤੁਹਾਨੂੰ ਗਾਰੰਟੀ ਨਹੀਂ ਕਰ ਸਕਦਾ ਕਿ 10 ਈਅਰ ਵੀਜ਼ਾ ਆਊਗਾ। 10 ਈਅਰ ਇਜ਼ ਦੀ ਮੈਕਸਿਮਮ, ਜੇ ਆਪਾਂ ਕਹਿ ਸਕਦੀ ਹੈ ਕਿ ਉਹਦੇ ਕੋਲ ਟਾਈਮ ਅਵੇਲੇਬਿਲਿਟੀ ਹੁੰਦੀ ਹੈ, ਕਿਉਂਕਿ ਪਾਸਪੋਰਟ ਦੀ ਵੈਲਿਡਿਟੀ 10 ਸਾਲ ਦੀ ਹੁੰਦੀ ਹੈ, ਠੀਕ ਹੈ। ਜੇ ਤੁਸੀਂ ਪਾਸਪੋਰਟ ਜਿਵੇਂ ਹੀ ਬਣਾਇਆ, ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰਤਾ ਤੇ 10 ਸਾਲ ਦੀ ਵੈਲਿਡਿਟੀ ਹੈਗੀ ਹੈ, ਇਨ ਡੈਟ ਕੇਸ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ 10 ਸਾਲ ਦਾ ਵੀਜ਼ਾ ਆ ਜਾਊਗਾ। ਬਟ ਐਂ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੁੰਦਾ ਕਿ 10 ਸਾਲ ਦਾ ਵੀਜ਼ਾ ਆਉਣਾ ਹੀ ਆਉਣਾ। ਇੱਥੇ ਆਪਾਂ ਕਿਵੇਂ ਲੱਭਣਾ ਹੁੰਦਾ ਉਹਨਾਂ ਨੂੰ, ਪਹਿਲਾਂ ਡਾਕੂਮੈਂਟਸ ਨੂੰ ਚੈੱਕ ਕਰੋ। ਡਾਕੂਮੈਂਟਸ ਦੇ ਪਹਿਲੀ ਕਵਰ ਲੈਟਰ ਹੁੰਦੀ ਹੈ, ਠੀਕ ਹੈ। ਕਵਰ ਲੈਟਰ 'ਚ ਗਲਤੀਆਂ ਨਿਕਲ ਆਉਂਦੀਆਂ। ਦੂਸਰਾ ਗਲਤੀ ਕਿੱਥੇ ਨਿਕਲਦੀ ਹੈ, ਫੰਡਸ ਦੇ ਵਿੱਚ। ਜਦੋਂ ਆਪਾਂ ਫੰਡ ਸ਼ੋਅ ਕਰਦੇ ਹਾਂ, ਜ਼ਿਆਦਾਤਰ ਕੰਸਲਟੈਂਟ ਕੀ ਕਰਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜੇ ਫੰਡ ਕਿੰਨੇ ਸ਼ੋਅ ਕਰਨੇ ਆ। ਲਾਈਕ ਬਈ ਉਹ ਤੁਹਾਡੀਆਂ ਪ੍ਰੋਪਰਟੀਆਂ ਸ਼ੋਅ ਕਰਕੇ, ਲੈਂਡ ਹੈ ਨਾ, ਸ਼ੋਪਸ ਵਗੈਰਾ, ਇਹਨਾਂ ਨੂੰ ਸ਼ੋਅ ਕਰਕੇ ਕਰੋੜਾਂ ਦੇ ਵਿੱਚ ਉਹ ਤੁਹਾਡੀ ਦਿਖਾ ਦਿੰਦੇ ਆ। ਵੈਲਥ ਰਿਪੋਰਟ ਹੁੰਦੀ ਹੈ CA ਦੀ, ਉਹ ਸ਼ੋਅ ਕਰ ਦੇਣਗੇ। ਬਟ ਉਹਦੇ ਵਿੱਚ ਜੋ ਮੇਨ ਉਹਨਾਂ ਨੇ ਚੀਜ਼ਾਂ ਦੇਖਣੀਆਂ ਹੁੰਦੀਆਂ, ਲਿਕੁਇਡਿਟੀ ਫੰਡਸ ਕਿੰਨੇ ਆ, ਜਿਵੇਂ ਕਿ FDਆਂ ਹੋ ਗਈਆਂ ਜਾਂ ਕੈਸ਼ ਹੋ ਗਿਆ, ਕੈਸ਼ ਇਨ ਬੈਂਕ ਹੋ ਗਿਆ, ਕੈਸ਼ ਇਨ ਹੈਂਡ ਹੋ ਗਿਆ, ਠੀਕ ਹੈ। ਸੇਵਿੰਗ ਅਕਾਊਂਟ, LIC ਜਾਂ ਡਾਕਖਾਨੇ ਦੇ ਹੋ ਗਏ, ਕਿਸਾਨ ਵਿਕਾਸ ਪੱਤਰ, ਮਤਲਬ ਸਟੱਫ ਲਾਈਕ ਦਿਸ ਹੈ ਨਾ। ਉਹ ਇਹ ਚੀਜ਼ਾਂ ਸ਼ੋਅ ਨਹੀਂ ਕਰਦੇ, ਉਹ ਜਸਟ ਤੁਹਾਡੀਆਂ ਜਿਵੇਂ ਪ੍ਰੋਪਰਟੀਆਂ ਸ਼ੋਅ ਕਰਕੇ ਕਰੋੜਾਂ ਦੀ ਵੈਲਥ ਰਿਪੋਰਟ ਬਣਾ ਕੇ ਭੇਜ ਦਿੰਦੇ ਆ। ਉੱਥੇ ਰਿਫਿਊਜ਼ਲ 100% ਹੋਣੀ ਹੈ। ਜੇ ਤੁਹਾਡੇ ਕੋਲੇ FDਆਂ ਹੋ ਗਈਆਂ ਜਾਂ ਜੋ ਵੀ ਲਿਕੁਇਡ ਫੰਡਸ ਹੈ, ਜੇ ਇਹ ਅਵੇਲੇਬਲ ਨਹੀਂ ਹੈਗੇ, ਤੁਸੀਂ ਅਪਲਾਈ ਕਰ ਰਹੇ ਹੋ, ਤਾਂ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ, ਵੀਜ਼ਾ ਰਿਫਿਊਜ਼ਲ ਹੋਊ। ਬਟ ਜਿਹੜੀ ਵੀਜ਼ਾ ਰਿਫਿਊਜ਼ਲ ਦੀ ਜਿਹੜੀ ਲੈਟਰ ਆਉਂਦੀ ਹੈ, ਸੌਫਟ ਕਾਪੀ ਆਉਂਦੀ ਹੈ, ਉਹਦੇ ਵਿੱਚ ਸੇਮ ਚੀਜ਼ ਲਿਖੀ ਹੁੰਦੀ ਹੈ ਕਿ ਅਸੀਂ ਤੁਹਾਡੇ ਫਾਈਨੈਂਸ਼ੀਅਲ ਜਾਂ ਅਸੀਂ ਤੁਹਾਡੇ ਫੈਮਿਲੀ ਟਾਈਜ਼ ਤੋਂ ਸੈਟਿਸਫਾਈ ਨਹੀਂ ਹੋਏ ਜਾਂ ਤੁਹਾਡੀ ਟਰੈਵਲ ਹਿਸਟਰੀ ਨਹੀਂ ਹੈਗੀ, ਚਾਹੇ ਤੁਹਾਡਾ ਪਾਸਪੋਰਟ ਭਰਿਆ ਹੋਇਆ ਹੈ,
ਵੀਜ਼ਾਸ ਨਾਲ ਤਾਂ ਵੀ ਆ ਜਾਊਗਾ, ਕਿਉਂਕਿ ਮੈਂ ਮਤਲਬ ਇਹ ਕਾਮਨ ਦੇਖੀ ਹੈ। ਜੇ ਦੁੱਲਿਆ ਦਾ ਕੋਈ ਹੋਰ ਚੀਜ਼ ਆ ਤੁਸੀਂ ਮੈਂਸ਼ਨ ਕਰ ਸਕਦੇ ਹੋ ਕਮੈਂਟ ਦੇ ਵਿੱਚ, ਬਟ ਇਹ ਕਾਮਨ ਹੈ। ਉਸ ਤੋਂ ਬਾਅਦ ਚੋਂ ਆਪਾਂ ਨੂੰ ਕਰਨਾ ਕੀ ਚਾਹੀਦਾ ਹੁੰਦਾ, ਪਹਿਲੀ ਗੱਲ ਤਾਂ ਕਦੇ ਵੀ ਤੁਸੀਂ ਜਦੋਂ ਵੀਜ਼ਾ ਅਪਲਾਈ ਕਰਨਾ ਉਹਦਾ ਇਹ ਮੇਕ ਸ਼ੋਰ ਕਰਨਾ ਕਿ ਤੁਹਾਡਾ ਜੋ ਸਪਾਂਸਰ ਹੈ ਉਹ ਇੱਕ ਪ੍ਰੋਪਰ ਲੈਟਰ ਭੇਜੇ ਆਪਦੀ, ਜਿਹਨੂੰ ਆਪਾਂ ਸਪਾਂਸਰ ਲੈਟਰ ਕਹਿੰਦੇ ਹਾਂ। ਸਪਾਂਸਰ ਲੈਟਰ ਜੇ ਤੁਹਾਡੀ ਸੋਲਿਡ ਹੈ, ਠੀਕ ਹੈ, ਤੁਹਾਡੇ ਕੋਲੇ ਪ੍ਰੂਫਸ ਹੈਗੇ ਹੈ। ਮੰਨ ਲਓ ਤੁਹਾਡਾ ਕੋਈ ਬ੍ਰਦਰ ਹੈ ਜੋ ਤੁਹਾਨੂੰ ਸਪਾਂਸਰ ਕਰ ਰਿਹਾ, ਉਹ ਸਟੂਡੈਂਟ ਹੈ ਉੱਥੇ, ਠੀਕ ਹੈ, ਉਹਦੇ ਬਹੁਤ ਸਾਰੇ ਡਾਕੂਮੈਂਟਸ ਹੁੰਦੇ ਹੈ, ਜਿਵੇਂ ਕਿ ਉਹ ਕਿੱਥੇ ਜੋਬ ਕਰ ਰਿਹਾ ਹੈ, ਉਹਦਾ ਡਰਾਈਵਿੰਗ ਲਾਇਸੈਂਸ, ਉਹਦਾ ਰੈਜ਼ੀਡੈਂਸ ਪ੍ਰੂਫ, ਜੋ ਉਹਨੇ ਰੈਂਟ ਕੀਤਾ ਹੋਇਆ ਤਾਂ ਲੈਂਡਲੋਰਡ ਦੀ ਲੈਟਰ, ਮਤਲਬ ਨੰਬਰ ਆਫ ਡਾਕੂਮੈਂਟਸ ਹੁੰਦੇ ਜਿਨ੍ਹਾਂ ਦਾ ਆਪਾਂ ਨੂੰ ਧਿਆਨ ਰੱਖਣਾ ਹੁੰਦਾ। ਬਿਨਾਂ ICCRC ਮੈਂਬਰ ਜਾਂ ਇਮੀਗ੍ਰੇਸ਼ਨ ਲਾਇਰ ਤੋਂ ਲੋਕ ਇਸੇ ਕਰਕੇ ਮਾਰ ਖਾਂਦੇ ਆ। ਉਹਨਾਂ ਦਾ ਕੀ ਹੁੰਦਾ ਕਿ ਟਰਾਇਲ ਐਂਡ ਐਰਰ ਮੈਥਡ ਯੂਜ਼ ਕਰਦੇ ਆ ਕਿ ਹਾਂ ਲਾ ਕੇ ਦੇਖ ਲਿਆ, ਜੇ 100 ਚੋਂ ਮੰਨ ਲਓ ਇੱਕ ਵੀਜ਼ਾ ਆ ਵੀ ਗਿਆ, ਉਹਨਾਂ ਨੇ ਇੱਕ ਵੀਜ਼ੇ ਨੂੰ ਇੰਨਾ ਐਡਵਰਟਾਈਜ਼ ਕਰਨਾ ਸੋਸ਼ਲ ਮੀਡੀਆ ਦੇ ਉੱਤੇ ਕਿ ਯਾਰ ਯਾਰ ਬੰਦੇ 'ਚ ਕੁਛ ਹੈਗਾ ਹੈ ਨਾ, ਆਈ ਨਹੀਂ ਹੁੰਦਾ। ਕਦੇ ਵੀ ਵੀਜ਼ਾ ਜਸਟ ਐਵੇਂ ਹੀ ਨਹੀਂ ਆ ਜਾਂਦਾ ਹੁੰਦਾ। ਇੱਕ ਜੇ ਉਹਦੀ ਫਾਈਲਿੰਗ ਪ੍ਰੋਪਰ ਹੈ, ਜੋ ਵੀਜ਼ਾ ਆਫਿਸਰ ਭਾਲਦਾ ਫਾਈਲ ਦੇ ਵਿੱਚ, ਜੇ ਆਪਾਂ ਉਹ ਮੈਂਸ਼ਨ ਕੀਤਾ ਹੋਇਆ ਹੈ ਨਾ, ਤਾਂ ਹੀ ਉਹ ਵੀਜ਼ਾ ਆਊਗਾ। ਤੁਸੀਂ ਮੈਨੂੰ ਵੀ, ਜੇ ਤੁਸੀਂ ਮੇਰੀ ਹੈਲਪ ਲੈਣਾ ਚਾਹੁੰਦੇ ਹੋ, ਮੈਨੂੰ ਕੰਟੈਕਟ ਕਰ ਸਕਦੇ ਹੋ, ਕਮੈਂਟ ਬਾਕਸ 'ਚ ਪੁੱਛ ਸਕਦੇ ਹੋ। ਤੁਸੀਂ ਮਿਲਣਾ ਚਾਹੁੰਦੇ ਹੋ ਜਾਂ ਗੱਲ ਕਰਨਾ ਚਾਹੁੰਦੇ ਹੋ, ਸਾਡੇ ਥਰੂ ਵੀਜ਼ਾ ਫਾਈਲ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ। ਆਪਦਾ ਅਸੀਂ ਬੈਸਟ ਦੇਵਾਂਗੇ। ਸੋ ਇਹ ਚੀਜ਼ ਹੁੰਦੀ ਹੈ ਜੀ ਬੇਸਿਕਲੀ ਕਿ ਜਿਹੜਾ ਵਿਜ਼ਟਰ ਵੀਜ਼ਾ ਦਾ ਰਿਫਿਊਜ਼ਲਸ ਕਿਉਂ ਆਉਂਦੇ ਹੈ, ਕਿਵੇਂ ਪਤਾ ਲੱਗਦਾ, ਕੀ ਹਿਸਾਬ ਕਿਤਾਬ ਹੁੰਦਾ ਉਹਦਾ। ਵੀਡੀਓ ਦੇਖਣ ਲਈ ਥੈਂਕ ਯੂ ਐਂਡ ਟੇਕ ਕੇਅਰ।